ਸਤਿ ਸ਼੍ਰੀ ਅਕਾਲ ਸਟੂਡੈਂਟਸ। ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਔਰ ਸਪੈਸ਼ਲੀ ਐਗਰੀ ਡਿਸਐਗਰੀ ਐਸੇਸ ਦੇ ਵਿੱਚ ਸਟੂਡੈਂਟਸ ਨੂੰ ਅਕਸਰ ਇਹ ਨਹੀਂ ਪਤਾ ਲੱਗਦਾ ਕਿ ਐਸੇ ਲਿਖਣਾ ਕਿਸ ਤਰੀਕੇ ਦੇ ਨਾਲ ਆ। ਐਗਰੀ ਡਿਸਐਗਰੀ ਜਾਂ ਟੂ ਵਾਟ ਐਕਸਟੈਂਟ ਐਗਰੀ ਔਰ ਡਿਸਐਗਰੀ ਦੋਨੋਂ ਹੀ ਕੁਐਸਚਨਸ ਆਪਣੇ ਆਪ ਦੇ ਵਿੱਚ ਡਿਫਰੈਂਟ ਕਿਵੇਂ ਹੈਗੇ। ਸਪੈਸ਼ਲ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਸਪੈਸ਼ਲੀ ਉਹਨਾਂ ਸਟੂਡੈਂਟਸ ਦੇ ਲਈ ਜਿਨ੍ਹਾਂ ਨੂੰ ਰਾਈਟਿੰਗ ਟਾਸਕ 2 ਲਿਖਣ ਦੇ ਵਿੱਚ ਪ੍ਰੋਬਲਮ ਆ ਐਂਡ ਖਾਸ ਕਰਕੇ ਪ੍ਰੋਬਲਮ ਹੈਗੀ ਹੈ ਐਗਰੀ ਐਂਡ ਡਿਸਐਗਰੀ ਐਸੇ ਲਿਖਣ ਦੇ ਵਿੱਚ। ਸੋ ਕਿਵੇਂ ਫਾਰਮੈਟ ਤਿਆਰ ਕਰਨਾ, ਕਿਵੇਂ ਕੁਐਸਚਨ ਨੂੰ ਅੰਡਰਸਟੈਂਡ ਕਰਨਾ, ਕਿਵੇਂ ਥੀਸਿਸ ਸਟੇਟਮੈਂਟ ਲਿਖਣੀ ਆ ਐਂਡ ਦੈਨ ਹਾਊ ਵੀ ਹੈਵ ਟੂ ਆਨਸਰ ਦਾ ਕੁਐਸਚਨ ਇਨ ਅ ਕੰਪਲੀਟ ਐਸੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਪੂਰੀ ਗੱਲ ਕਰਾਂਗੇ ਰਾਈਟਿੰਗ ਟਾਸਕ 2 ਐਗਰੀ ਐਂਡ ਡਿਸਐਗਰੀ ਐਸੇ ਦੇ ਉੱਪਰ। ਅਗਰ ਤੁਹਾਨੂੰ ਪ੍ਰੋਬਲਮ ਹੈਗੀ ਹੈ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਔਰ ਕੋਸ਼ਿਸ਼ ਕਰਿਓ ਕਿ ਕੋਈ ਵੀ ਪਾਰਟ ਮਿਸ ਨਾ ਹੋਵੇ ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਕਨਫਿਊਜ਼ਨ ਨਾ ਰਹੇ। ਹੁਣ ਸਟਾਰਟ ਕਰਦੇ ਹਾਂ ਕਿ ਹਾਊ ਵੀ ਹੈਵ ਟੂ ਰਾਈਟ ਐਨ ਐਗਰੀ ਡਿਸਐਗਰੀ ਐਸੇ ਇਨ ਐਨ ਇਫੈਕਟਿਵ ਵੇ। ਸੋ ਅੱਜ ਦੀ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ। ਇਹ ਵੀਡੀਓ ਦੋਨੋਂ ਸਟੂਡੈਂਟਸ ਲਈ ਹੋਊਗੀ ਵੈਦਰ ਯੂ ਆਰ ਐਕੈਡੈਮਿਕ ਔਰ ਜਨਰਲ ਸਟੂਡੈਂਟ। ਸੋ ਸਟੂਡੈਂਟਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਤੁਸੀਂ ਕੋਈ ਵੀ ਪਾਰਟ ਮਿਸ ਕਰਦੇ ਆ ਡੈਫੀਨਿਟਲੀ ਯੂ ਕੈਨ ਮਿਸ ਅ ਲੋਟ ਆਫ ਥਿੰਗਸ ਐਂਡ ਦੈਟ ਕੈਨ ਡੈਮੇਜ ਯੂਅਰ ਐਸੇ। ਸੋ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸੋ ਸਟਾਰਟ ਕਰਦੇ ਹਾਂ ਕਿ ਕਿਵੇਂ ਆਪਾਂ ਇੱਕ ਇਫੈਕਟਿਵ ਰਾਈਟਿੰਗ ਟਾਸਕ 2 ਸਪੈਸ਼ਲੀ ਐਗਰੀ ਡਿਸਐਗਰੀ ਐਸੇ ਨੂੰ ਲਿਖਣਾ ਹੈ। ਫਸਟ ਆਫ ਆਲ ਆਪਾਂ ਦੇਖਾਂਗੇ ਕਿ ਐਗਰੀ ਡਿਸਐਗਰੀ ਐਸੇ ਕਿਸ ਤਰ੍ਹਾਂ ਦਾ ਐਸੇ ਆ ਤੇ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਐਸੇ ਹੁੰਦੇ ਆ। ਇਹ ਸਾਡਾ ਇੱਕ ਓਪੀਨੀਅਨ ਐਸੇ ਆ। ਓਪੀਨੀਅਨ ਐਸੇ ਮੀਨਸ ਕਿ ਐਗਜ਼ਾਮੀਨਰ ਆਸਕਸ ਫॉर ਦਾ ਸਟੂਡੈਂਟਸ ਓਪੀਨੀਅਨ ਮੀਨਸ ਕੀ ਆ ਕਿ ਕੋਈ ਸਟੇਟਮੈਂਟ ਦਿੱਤੀ ਜਾਊਗੀ ਉਹਦੇ ਉੱਤੇ ਸਟੂਡੈਂਟ ਦਾ ਓਪੀਨੀਅਨ ਪੁੱਛਿਆ ਜਾਂਦਾ ਹੈ। ਸੋ ਕਿਵੇਂ ਦੋ ਤਰ੍ਹਾਂ ਦੇ ਐਸੇ ਆਉਂਦੇ ਆ ਇਹ ਐਗਜ਼ਾਮਪਲ ਦੇ ਤੌਰ ਤੇ ਨੰਬਰ ਫਸਟ ਤੇ ਤੁਸੀਂ ਦੇਖ ਸਕਦੇ ਆ ਡੂ ਯੂ ਐਗਰੀ ਔਰ ਡਿਸਐਗਰੀ। ਕੋਈ ਸਟੇਟਮੈਂਟ ਦੇ ਕੇ ਤੁਹਾਨੂੰ ਪੁੱਛਿਆ ਜਾਊਗਾ ਕਿ ਕੀ ਤੁਸੀਂ ਇਸ ਦੇ ਨਾਲ ਐਗਰੀ ਆ ਜਾਂ ਡਿਸਐਗਰੀ ਆ। ਐਂਡ ਨੰਬਰ 2 ਟੂ ਵਾਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ ਜਾਂ ਫਿਰ ਪੁੱਛਿਆ ਜਾਂਦਾ ਕਿ ਤੁਸੀਂ ਕਿਸ ਐਕਸਟੈਂਟ ਤੱਕ ਮੀਨਸ ਹਾਊ ਮਚ ਡੂ ਯੂ ਐਗਰੀ ਔਰ ਡਿਸਐਗਰੀ। ਸੋ ਥੀਸ ਆਰ ਡਿਫਰੈਂਟ ਕੁਐਸਚਨਸ ਬਟ ਸਟੇਟਮੈਂਟ ਸੇਮ ਹੋਊਗੀ। ਨੈਕਸਟ ਮੈਂ ਜਿਹੜੀ ਤੁਹਾਨੂੰ ਐਗਜ਼ਾਮਪਲ ਦੇ ਨਾਲ ਵੀ ਇਹ ਚੀਜ਼ ਸਮਝਾਉਣੀ ਆ। ਫਸਟ ਆਫ ਆਲ ਆਪਾਂ ਦੇਖੀਏ ਵੀ ਐਗਰੀ ਡਿਸਐਗਰੀ ਜੇਕਰ ਡੂ ਯੂ ਐਗਰੀ ਔਰ ਡਿਸਐਗਰੀ ਦੇ ਵਿੱਚ ਆਉਂਦਾ ਤੇ ਇਸ ਕੁਐਸਚਨ ਦਾ ਆਨਸਰ ਕਿਵੇਂ ਦਿੱਤਾ ਜਾਊਗਾ। ਸੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਸਟੂਡੈਂਟਸ ਇਹਦੇ ਵਿੱਚ 3 ਮੇਨ ਫੀਚਰਸ ਹੈਗੇ ਜਿਹੜੇ ਤੁਸੀਂ ਯਾਦ ਰੱਖਣੇ ਆ। ਨੰਬਰ 1 ਟੇਕ ਓਨਲੀ ਵਨ ਸਾਈਡ। ਜਿਵੇਂ ਕਿ ਤੁਹਾਨੂੰ ਪਤਾ ਸਟੂਡੈਂਟ ਕਿ ਸਾਨੂੰ ਜਦੋਂ ਔਰ ਦੇ ਨਾਲ ਕੋਈ ਵੀ ਚੀਜ਼ ਆਉਂਦੀ ਆ ਤੇ ਦੈਨ ਅਸੀਂ ਕੀ ਕਰਨਾ ਹੁੰਦਾ ਆ, ਅਸੀਂ ਉਸ ਚੀਜ਼ ਨੂੰ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਕਰਨੀ ਹੁੰਦੀ ਹੈ। ਜਾਂ ਅਸੀਂ ਐਗਰੀ ਹੋਵਾਂਗੇ ਜਾਂ ਅਸੀਂ ਡਿਸਐਗਰੀ ਹੋਵਾਂਗੇ। ਬਹੁਤ ਸਾਰੇ ਸਟੂਡੈਂਟ ਇੱਥੇ ਗਲਤੀ ਕਰਦੇ ਆ ਕਿ ਐਗਰੀ ਡਿਸਐਗਰੀ ਐਸੇ ਦੇ ਵਿੱਚੋਂ ਪਾਰਸ਼ਲੀ ਐਗਰੀ ਲਿਖ ਦਿੰਦੇ ਆ। ਦੈਟ ਇਜ਼ ਅ ਬਿਗ ਮਿਸਟੇਕ। ਉਹ ਇਹਦੇ ਵਿੱਚ ਨਹੀਂ ਕਰਨਾ, ਉਹ ਕਿਹਦੇ ਵਿੱਚ ਕਰਨਾ ਮੈਂ ਤੁਹਾਨੂੰ ਦੱਸੂਗਾ। ਸੋ ਟੇਕ ਓਨਲੀ ਵਨ ਸਾਈਡ। ਨੰਬਰ 1 ਤਾਂ ਇਹ ਹੈਗਾ ਕਿ ਡੂ ਯੂ ਐਗਰੀ ਡਿਸਐਗਰੀ ਜੇਕਰ ਐਸੇ ਹੁੰਦਾ ਤੇ ਤੁਸੀਂ ਸਿਰਫ ਇੱਕ ਸਾਈਡ ਹੀ ਐਸੇ ਲਿਖ ਸਕਦੇ ਹੋ। ਜਾਂ ਤਾਂ ਤੁਸੀਂ ਐਗਰੀ ਹੋਵੋਗੇ ਜਾਂ ਤੁਸੀਂ ਡਿਸਐਗਰੀ ਹੋਵੋਗੇ। ਜਿਵੇਂ ਮੈਂ ਲਿਖਿਆ ਹੀ ਹੋਇਆ ਆਈ ਐਗਰੀ ਜਾਂ ਫਿਰ ਆਈ ਡਿਸਐਗਰੀ। ਇਹਦੇ ਵਿੱਚ ਕੋਈ ਵੀ ਦੂਸਰੀ ਗੱਲ ਨਹੀਂ ਕੀਤੀ ਜਾ ਸਕਦੀ। On the other hand, if we talk about the to what extent do you agree or disagree, here we have two options. First of all, can be agree or disagree. ਪਹਿਲੇ ਨੰਬਰ ਤੇ ਕਿ ਅਸੀਂ ਜਾਂ ਤਾਂ ਐਗਰੀ ਹੋਵਾਂਗੇ ਜਾਂ ਡਿਸਐਗਰੀ ਹੋਵਾਂਗੇ। ਮੀਨਸ ਕੀ ਆ ਕਿ I completely agree, ਮੈਂ ਪੂਰੀ ਤਰ੍ਹਾਂ ਦੇ ਨਾਲ ਐਗਰੀ ਹਾਂ, ਜਾਂ ਫਿਰ I completely disagree, ਜਾਂ ਮੈਂ ਪੂਰੀ ਤਰ੍ਹਾਂ ਦੇ ਨਾਲ ਡਿਸਐਗਰੀ ਹਾਂ। ਸੇਮ as we learnt in the agree and disagree essay. But then I partially agree or I agree with something but disagree with something. It means ਕੀ ਆ ਕਿ ਜਿਹੜਾ ਐਸੇ ਐਕਸਟੈਂਟ ਵਾਲਾ ਆ ਇਸ ਐਸੇ ਦੇ ਵਿੱਚ ਅਸੀਂ ਦੋਨੋਂ ਸਾਈਡ ਵੀ ਜਾ ਸਕਦੇ ਹਾਂ। ਅਸੀਂ ਐਗਰੀ ਵੀ ਹੋ ਸਕਦੇ ਹਾਂ, ਅਸੀਂ ਡਿਸਐਗਰੀ ਵੀ ਹੋ ਸਕਦੇ ਹਾਂ। ਦੋਨੋਂ ਸਾਈਡਸ ਨੂੰ ਆਪਾਂ ਲਿਖ ਸਕਦੇ ਹਾਂ। ਸੋ ਇਹ ਹੈਗਾ ਮੇਨ ਡਿਫਰੈਂਸ ਪਹਿਲਾਂ ਤਾਂ ਦੋਨੋਂ ਕੁਐਸਚਨਸ ਦੇ ਵਿੱਚ। ਨੈਕਸਟ ਚੱਲਦੇ ਹਾਂ। ਹੁਣ ਮੈਂ ਇੱਕ ਐਗਜ਼ਾਮਪਲ ਲਈ ਹੋਈ ਆ। ਐਗਜ਼ਾਮਪਲ ਨੂੰ ਦੇਖਾਂਗੇ, ਕੁਐਸਚਨ ਨੂੰ ਕਿਵੇਂ ਅੰਡਰਸਟੈਂਡ ਕਰਨਾ ਉਹ ਦੇਖਾਂਗੇ ਤੇ ਦੈਨ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇਹਨੂੰ ਪੁਆਇੰਟ ਬਾਈ ਪੁਆਇੰਟ ਜਿਹੜਾ ਸਮਝਦੇ ਜਾਵਾਂਗੇ। ਸੋ ਮੈਂ ਇੱਕ ਕੁਐਸਚਨ ਦਾ ਐਗਜ਼ਾਮਪਲ ਲਈ ਆ। Many people say that globalization and the growing number of multinational companies have a negative effect on the environment. What does it mean? ਕਿ ਬਹੁਤ ਸਾਰੇ ਲੋਕ ਇਸ ਤਰੀਕੇ ਨਾਲ ਕਹਿੰਦੇ ਆ ਕਿ ਜਿਹੜੀ ਗਲੋਬਲਾਈਜੇਸ਼ਨ ਆ ਐਂਡ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਵੱਧ ਰਹੀਆਂ ਆ ਉਹਨਾਂ ਦਾ ਸਾਡੇ এনवायरमेंट ਦੇ ਉੱਤੇ ਇੱਕ ਨੈਗੇਟਿਵ ਇੰਪੈਕਟ ਹੈ। ਕੁਐਸਚਨ ਹੈਗਾ ਡੂ ਯੂ ਐਗਰੀ ਔਰ ਡਿਸਐਗਰੀ। ਸੋ ਇਸ ਵੀਡੀਓ ਦੇ ਵਿੱਚ ਅਸੀਂ ਖਾਸ ਕਰਕੇ ਗੱਲ ਕਰਾਂਗੇ ਸਿਰਫ ਡੂ ਯੂ ਐਗਰੀ ਔਰ ਡਿਸਐਗਰੀ ਦੀ। ਟੂ ਵਾਟ ਐਕਸਟੈਂਟ ਵਾਲਾ ਐਸੇ ਆਪਾਂ ਅਲੱਗ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਸੋ ਸਟੇਟਮੈਂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗਲੋਬਲਾਈਜੇਸ਼ਨ ਐਂਡ ਮਲਟੀਨੈਸ਼ਨਲ ਕੰਪਨੀਜ਼ ਡੈਮੇਜ ਦਾ এনवायरमेंट। ਕਿ ਗਲੋਬਲਾਈਜੇਸ਼ਨ ਐਂਡ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਹੈਗੀਆਂ ਆ ਉਹ এনवायरमेंट ਨੂੰ ਡੈਮੇਜ ਕਰਦੀਆਂ ਆ। ਸੋ ਗਲੋਬਲਾਈਜੇਸ਼ਨ ਕੀ ਆ, ਮਲਟੀਨੈਸ਼ਨਲ ਕੰਪਨੀਜ਼ ਕੀ ਆ, ਇਸ ਚੀਜ਼ ਨੂੰ ਵੀ ਆਪਾਂ ਸਮਝਾਂਗੇ। ਅੱਗੇ ਸਾਡਾ ਸਟੂਡੈਂਟ ਦਿੱਤਾ ਹੋਇਆ ਕੁਐਸਚਨ ਡੂ ਯੂ ਐਗਰੀ ਔਰ ਡਿਸਐਗਰੀ ਮੀਨਸ ਕੀ ਆ
ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਆ ਕਿ ਗਲੋਬਲਾਈਜੇਸ਼ਨ ਐਂਡ ਮਲਟੀਨੈਸ਼ਨਲ ਕੰਪਨੀਆਂ ਦੇ ਨਾਲ এনवायरमेंट ਡੈਮੇਜ ਹੁੰਦਾ? ਇਫ ਯੂ ਥਿੰਕ ਯੈਸ, it means you are agree, and then you have to give the reasons. And if you say I disagree, it means you believe that globalization and multinational companies does not have any impact on our environment. ਇਹਦਾ ਕੋਈ ਵੀ impact ਸਾਡੇ environment ਦੇ ਉੱਤੇ ਨਹੀਂ ਹੈਗਾ. So means you just have to write either side. ਜਾਂ ਤਾਂ ਤੁਸੀਂ not both, can't be written I agree and disagree at the same time. So ਇਸ ਐਸੇ ਦੇ ਵਿੱਚ ਸਟੂਡੈਂਟ ਜਿਵੇਂ ਪਹਿਲਾਂ ਹੀ ਦੱਸ ਕੇ ਆਇਆ, ਐਗਰੀ ਡਿਸਐਗਰੀ ਐਸੇ ਦੇ ਵਿੱਚ ਅਸੀਂ ਦੋਨੋਂ ਸਾਈਡ ਨਹੀਂ ਲਿਖ ਸਕਦੇ। ਮੈਂ ਇਸ ਤਰੀਕੇ ਨਾਲ ਨਹੀਂ ਕਹਿ ਸਕਦਾ ਕਿ ਮੈਂ ਐਗਰੀ ਵੀ ਹਾਂ ਮੈਂ ਡਿਸਐਗਰੀ ਵੀ ਹਾਂ, ਮੈਂ ਸਿਰਫ ਇੱਕ ਸਾਈਡ ਲਵਾਂਗਾ, ਜਾਂ ਮੈਂ ਐਗਰੀ ਕਹੂੰਗਾ ਜਾਂ ਮੈਂ ਡਿਸਐਗਰੀ ਕਹੂੰਗਾ। ਹਾਊ ਟੂ ਆਨਸਰ ਦਿਸ ਟਾਈਪ ਆਫ ਕੁਐਸਚਨ? ਯੈਸ, देयर इज ए डैमेज टू द एनवायरनमेंट। ਜੇ ਤੁਹਾਨੂੰ ਲੱਗਦਾ ਕਿ ਹਾਂ एनवायरनमेंट ਡੈਮੇਜ ਹੁੰਦਾ, ਇਟ ਮੀਨਸ ਕਿ ਯੂ ਆਰ ਯੈਸ ਤੇ ਤੁਸੀਂ ਇਸ ਚੀਜ਼ ਨਾਲ ਐਗਰੀ ਹੋ ਰਹੇ ਹੋ। नो, देयर इज नो डैमेज टू द एनवायरनमेंट, ਤੁਸੀਂ ਡਿਸਐਗਰੀ ਹੋਗੇ। ਸੋ ਇਸ ਤਰੀਕੇ ਨਾਲ ਆਪਾਂ ਇਸ ਕੁਐਸਚਨ ਦਾ ਆਨਸਰ ਦਵਾਂਗੇ। ਉਸ ਤੋਂ ਅੱਗੇ ਸਟੂਡੈਂਟ ਇੰਪੋਰਟੈਂਟ ਚੀਜ਼ ਕੀ ਆ? Examiner will not judge you by just your opinion, but how you express and support your opinion, language and ideas। ਇਹਦਾ ਮਤਲਬ ਕੀ ਆ ਕਿ ਬਹੁਤ ਸਾਰੇ ਸਟੂਡੈਂਟ ਨੂੰ ਲੱਗਦਾ ਕਿ ਮੈਂ ਐਗਰੀ ਜਾਂ ਡਿਸਐਗਰੀ ਹੋ ਕੇ ਐਸੇ ਨੂੰ ਲਿਖ ਦੂੰਗਾ, ਬਟ ਐਗਜ਼ਾਮੀਨਰ ਲਈ ਉਹ ਚੀਜ਼ ਸਫੀਸ਼ੀਐਂਟ ਨਹੀਂ ਹੈਗੀ। ਐਗਜ਼ਾਮੀਨਰ ਤੁਹਾਨੂੰ ਕੱਲਾ ਤੁਹਾਡੇ ਓਪੀਨੀਅਨ ਤੋਂ ਜੱਜ ਨਹੀਂ ਕਰੂਗਾ, ਬਟ ਇਹ ਚੀਜ਼ ਜ਼ਰੂਰ ਦੇਖੂਗਾ ਕਿ ਤੁਸੀਂ ਆਪਣੇ ਓਪੀਨੀਅਨ ਨੂੰ ਸਪੋਰਟ ਕਿਵੇਂ ਕਰਦੇ ਆ, ਆਪਣੇ ਆਈਡੀਆ ਨੂੰ ਐਕਸਪ੍ਰੈਸ ਕਿਵੇਂ ਕਰਦੇ ਆ, ਸਮਝਾਉਂਦੇ ਆ ਕਿਤੇ ਐਗਜ਼ਾਮੀਨਰ ਨੂੰ। ਸੋ ਉੱਥੇ ਸਾਡੀ ਲੈਂਗੁਏਜ ਐਂਡ ਸਾਡੇ ਆਈਡੀਆਜ਼ ਦੋਨੋਂ ਚੀਜ਼ਾਂ ਹੀ ਮੈਟਰ ਕਰਨਗੀਆਂ। ਸੋ ਇਹ ਹੈਗਾ ਸਾਡਾ ਬੇਸਿਕ ਕੁਐਸਚਨ। ਹੁਣ ਅਸੀਂ ਪਲੈਨਿੰਗ ਕਰਾਂਗੇ ਕਿ ਕੀ ਅਸੀਂ ਐਗਰੀ ਹੋਣਾ ਜਾਂ ਡਿਸਐਗਰੀ ਹੋਣਾ। ਸੋ ਅਗਰ ਆਪਾਂ ਮੰਨ ਲਈਏ ਕਿ ਚਲੋ ਆਪਾਂ ਇਸ ਚੀਜ਼ ਦੇ ਨਾਲ ਐਗਰੀ ਹਾਂ ਕਿ ਹਾਂ ਮੈਨੂੰ ਲੱਗਦਾ ਕਿ ਗਲੋਬਲਾਈਜੇਸ਼ਨ ਦਾ ਐਂਡ ਮਲਟੀਨੈਸ਼ਨਲ ਕੰਪਨੀਜ਼ ਸਾਡੇ এনवायरमेंट ਨੂੰ ਡੈਮੇਜ ਕਰਦੀਆਂ, ਸੋ ਐਗਰੀ ਦੇ ਅਕੋਰਡਿੰਗ ਆਪਾਂ ਇਸ ਕੁਐਸਚਨ ਨੂੰ ਲਿਖਾਂਗੇ, ਇਸ ਕੁਐਸਚਨ ਦਾ ਆਨਸਰ ਦਵਾਂਗੇ। ਸੋ ਨੈਕਸਟ ਚੱਲਦੇ ਹਾਂ। ਫਾਰਮੈਟ ਦੇਖ ਲਈਏ ਐਸੇ ਲਿਖਣ ਦਾ ਕੀ ਇਹ ਵਾਲੇ ਦਾ। ਫਾਰਮੈਟ ਦੇ ਵਿੱਚ ਸਭ ਤੋਂ ਪਹਿਲਾਂ ਪੈਰਾਗ੍ਰਾਫ 4 ਟੋਟਲ ਪੈਰਾਗ੍ਰਾਫ ਬਣਨਗੇ। ਪੈਰਾਗ੍ਰਾਫ ਫਸਟ ਹੋਊਗਾ ਇੰਟਰੋਡਕਸ਼ਨ, ਇੰਟਰੋਡਕਸ਼ਨ 'ਚ ਕੀ ਲਿਖਣਾ ਨੈਕਸਟ ਸਮਝਦੇ ਹਾਂ। ਪੈਰਾਗ੍ਰਾਫ 2 ਬੋਡੀ ਪੈਰਾਗ੍ਰਾਫ 1, ਪੈਰਾਗ੍ਰਾਫ 3 ਕੀ ਹੋਊਗਾ ਬੋਡੀ ਪੈਰਾਗ੍ਰਾਫ 2 ਹੋਊਗਾ, ਤੇ ਪੈਰਾਗ੍ਰਾਫ 4 ਕੀ ਹੋਊਗਾ ਕਨਕਲੂਜਨ ਹੋਊਗਾ। ਸੋ ਇਹ ਹੈਗਾ ਸਾਡਾ ਫਾਰਮੈਟ ਕਿ ਕਿਵੇਂ ਆਪਾਂ ਇਸ ਪੂਰੇ ਐਸੇ ਨੂੰ ਲਿਖਣਾ ਹੈ। ਨੈਕਸਟ ਆਪਾਂ ਦੇਖਦੇ ਹਾਂ ਕਿ ਇਹਨਾਂ ਚਾਰਾਂ ਪੈਰਾਗ੍ਰਾਫਸ ਦੇ ਵਿੱਚ ਲਿਖਣਾ ਕੀ ਹੈਗਾ ਤੇ ਕਿਵੇਂ ਲਿਖਣਾ ਹੈਗਾ। ਸੋ ਆ ਗਿਆ ਸਾਡਾ ਸਟੂਡੈਂਟਸ ਪੈਰਾਗ੍ਰਾਫਸ। ਕਲੀਅਰਲੀ ਮੈਂ ਇੱਥੇ ਸਾਰਾ ਕੁਝ ਲਿਖਿਆ ਹੋਇਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇੰਟਰੋਡਕਸ਼ਨ। ਇੰਟਰੋਡਕਸ਼ਨ ਦੇ ਵਿੱਚ ਕੀ ਹੋਣਾ? ਪੈਰਾਫਰੇਜ਼ ਕੁਐਸਚਨ, ਦੈਨ ਯੂਅਰ ਓਪੀਨੀਅਨ ਮੀਨਸ ਕਿ ਤੁਹਾਨੂੰ ਪੁੱਛਿਆ ਗਿਆ ਕਿ ਤੁਸੀਂ ਐਗਰੀ ਜਾਂ ਡਿਸਐਗਰੀ ਆ, ਤੁਹਾਡਾ ਓਪੀਨੀਅਨ। ਦੈਨ ਰੀਜ਼ਨ ਫॉर ਯੂਅਰ ਓਪੀਨੀਅਨ, ਜੇ ਤੁਸੀਂ ਐਗਰੀ ਆ ਤੇ ਉਹਦੇ ਲਈ ਰੀਜ਼ਨ ਦੋਗੇ ਵੀ ਮੈਂ ਕਿਉਂ ਐਗਰੀ ਆ। ਅਗਰ ਤੁਸੀਂ ਡਿਸਐਗਰੀ ਆ ਤੇ ਤੁਸੀਂ ਆਪਣੇ ਰੀਜ਼ਨ ਦੋਗੇ ਕਿ ਮੈਂ ਡਿਸਐਗਰੀ ਕਿਉਂ ਆ। ਸੋ ਇੰਟਰੋਡਕਸ਼ਨ ਦੇ ਵਿੱਚ ਆ ਤਿੰਨ ਚੀਜ਼ਾਂ ਹਮੇਸ਼ਾ ਇਨਕਲੂਡ ਕਰਨੀਆਂ ਤਾਂ ਕਿ ਐਗਜ਼ਾਮੀਨਰ ਨੂੰ ਤੁਹਾਡਾ ਰਿਸਪੌਂਸ ਵਧੀਆ ਲੱਗੇ, ਤੁਹਾਡੀ ਹਰ ਇੱਕ ਗੱਲ ਕਲੀਅਰ ਹੋਵੇ। ਕੁਐਸਚਨ ਕੀ ਸੀਗਾ? ਮੈਨੀ ਪੀਪਲ ਸੇ ਦੈਟ globalization and the growing number of multinational companies have a negative effect on the environment. Do you agree or disagree? ਸੋ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਕਿ ਗਲੋਬਲਾਈਜੇਸ਼ਨ ਹੈ ਕੀ ਆ। ਗਲੋਬਲਾਈਜੇਸ਼ਨ ਕੀ ਹੈਗਾ ਕਿ ਐਟ ਪ੍ਰੈਜ਼ੈਂਟ ਜਿਹੜਾ ਵਰਲਡ ਆ ਇੰਟਰਕਨੈਕਟਡ ਆ, ਅਸੀਂ ਇੱਕ ਦੂਸਰੇ ਨਾਲ ਜੁੜੇ ਹੋਏ ਆ, ਅਸੀਂ ਈਜ਼ੀਲੀ ਮੂਵ ਹੋ ਸਕਦੇ ਆ। ਬਿਜ਼ਨਸ ਜਿਹੜਾ ਆ ਇੱਕ ਤੋਂ ਦੂਸਰੀ ਕੰਟਰੀ ਦੇ ਨਾਲ ਟ੍ਰੇਡਿੰਗ ਕੀਤੀ ਜਾਂਦੀ ਆ। ਸੋ ਪਹਿਲਾਂ ਇਹ ਚੀਜ਼ਾਂ ਪੋਸੀਬਲ ਨਹੀਂ ਸੀ, ਦੈਟ ਇਜ਼ ਕਾਲਡ ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦੇ ਨਾਲ ਹੀ ਪੋਸੀਬਲ ਹੋਇਆ ਕਿ ਅੱਜ ਅਸੀਂ ਦੂਸਰੀ ਕੰਟਰੀਜ਼ ਦੇ ਵਿੱਚ ਜਾ ਕੇ ਸਟੱਡੀ ਕਰਦੇ ਹਾਂ। ਗਲੋਬਲਾਈਜੇਸ਼ਨ ਨਾਲ ਹੀ ਪੋਸੀਬਲ ਹੋਇਆ ਕਿ ਟੂਰਿਜ਼ਮ ਵਧਣ ਲੱਗ ਪਿਆ। ਸੋ ਇਹ ਸਾਰਾ ਗਲੋਬਲਾਈਜੇਸ਼ਨ ਆ। ਐਂਡ ਮਲਟੀਨੈਸ਼ਨਲ ਕੰਪਨੀਜ਼ ਮੀਨਸ ਕੀ ਆ ਕਿ ਜਿਵੇਂ ਸਾਡੇ ਇੰਡੀਆ ਦੇ ਵਿੱਚ KFC ਵਗੈਰਾ ਹੋ ਗਈ, ਮੈਕਡੋਨਲਡਸ ਹੋ ਗਿਆ, ਇਹ ਸਾਰੀਆਂ ਕੰਪਨੀਆਂ ਇੰਟਰਨੈਸ਼ਨਲ ਕੰਪਨੀਆਂ। ਸੋ ਇਹਨਾਂ ਨੇ ਆਪਣੇ ਆਫਿਸ ਖੋਲ੍ਹ ਲਏ ਇੱਥੇ ਆ ਕੇ, ਹੋਰ ਵੀ ਕੰਟਰੀਜ਼ 'ਚ ਖੋਲ੍ਹ ਲਏ। ਦੈਟ ਆਰ ਮਲਟੀਨੈਸ਼ਨਲ ਕੰਪਨੀਜ਼। ਪੈਰਾਗ੍ਰਾਫਸ, ਪੈਰਾਗ੍ਰਾਫ 1 'ਚ ਕੀ ਲਿਖਣਾ, ਪੈਰਾਗ੍ਰਾਫ 2 'ਚ ਕੀ ਲਿਖਣਾ, ਪੈਰਾਗ੍ਰਾਫ 3, ਪੈਰਾਗ੍ਰਾਫ 4। ਸੋ ਪੈਰਾਗ੍ਰਾਫ 1 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੰਟਰੋਡਕਸ਼ਨ ਲਿਖਾਂਗੇ। ਮੈਂ ਪਤਾ ਨਹੀਂ ਕੀ ਲਿਖ ਦਿੱਤਾ, ਇਹਨੂੰ ਮੈਂ ਕੱਟ ਦਿੰਦਾ ਵਿੱਚੋਂ ਕਿਉਂਕਿ ਮੈਂ ਪੈਰਾਫਰਾਜ਼ ਨੈਕਸਟ ਕੁਐਸਚਨ ਨੂੰ ਕੀਤਾ ਹੋਇਆ। ਸੋ ਪੈਰਾਗ੍ਰਾਫ 1 ਦੇ ਵਿੱਚ ਸਟੂਡੈਂਟ ਸਾਡੀ ਹੋਊਗੀ ਇੰਟਰੋਡਕਸ਼ਨ ਲਿਖਾਂਗੇ ਇੱਥੇ। ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੈਂ ਇਸ ਕੁਐਸਚਨ ਨੂੰ ਐਗਰੀ ਵਾਲੀ ਸਾਈਡ ਤੋਂ ਲਿਖਣ ਲੱਗਾ ਕਿ ਵਾਕਿਆ ਹੀ ਮੈਨੂੰ ਲੱਗਦਾ ਆ ਕਿ ਮਲਟੀਨੈਸ਼ਨਲ ਕੰਪਨੀਜ਼ ਐਂਡ ਗਲੋਬਲਾਈਜੇਸ਼ਨ ਦਾ ਸਾਡੇ ਨੇਚਰ ਦੇ ਉੱਤੇ, ਸਾਡੇ এনवायरमेंट ਦੇ ਉੱਤੇ ਇੱਕ ਨੈਗੇਟਿਵ ਇੰਪੈਕਟ ਹੈਗਾ। ਸੋ ਇਸ ਕਰਕੇ ਮੈਂ ਉਹਨੂੰ ਸਪੋਰਟ ਕਰਨ ਦੇ ਲਈ ਮੈਨੂੰ ਆਪਣੇ ਰੀਜ਼ਨ ਦੇਣੇ ਪੈਣੇ ਆ। ਰੀਜ਼ਨ 1 ਦਾ ਮੀਨਸ ਕੀ ਆ ਕਿ ਵਾਈ ਯੂ ਐਗਰੀ ਔਰ ਡਿਸਐਗਰੀ। ਮੈਂ ਐਗਰੀ ਹੋ ਗਿਆ ਤੇ ਐਗਰੀ ਹੋਣ ਦੇ ਲਈ ਮੈਂ ਰੀਜ਼ਨ ਦੇ ਰਿਹਾ ਕਿ ਇਨਕਰੀਜ਼ ਇਨ ਪੋਲਿਊਸ਼ਨ, ਗਲੋਬਲਾਈਜੇਸ਼ਨ ਦੇ ਕਰਕੇ ਪੋਲਿਊਸ਼ਨ ਦੇ ਵਿੱਚ ਇਨਕਰੀਜ਼ ਹੋਇਆ। ਇਸ ਤੋਂ ਬਾਅਦ ਮੈਂ ਆਪਣੇ ਪੁਆਇੰਟ ਨੂੰ ਐਕਸਪਲੇਨ ਕਰੂੰਗਾ ਐਂਡ ਦੈਨ ਮੈਂ ਇੱਕ ਐਗਜ਼ਾਮਪਲ ਲਵਾਂਗਾ। ਸਟੂਡੈਂਟਸ ਮੈਂ
ਬੋਡੀ ਪੈਰਾਗ੍ਰਾਫ ਕਿਵੇਂ ਲਿਖਣਾ ਉਹਦੇ ਉੱਤੇ ਇੱਕ ਅਲੱਗ ਤੋਂ ਵੀਡੀਓ ਕਰ ਚੁੱਕਾ, ਉਸ ਵੀਡੀਓ ਨੂੰ ਦੇਖ ਲਿਓ ਤਾਂ ਕਿ ਤੁਹਾਨੂੰ ਬੋਡੀ ਪੈਰਾਗ੍ਰਾਫ ਲਿਖਣ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਕਿ ਇੱਕ ਬੋਡੀ ਪੈਰਾਗ੍ਰਾਫ ਕਿਵੇਂ ਲਿਖਿਆ ਜਾਂਦਾ। ਸੋ ਉਸ ਤੋਂ ਬਾਅਦ ਪੈਰਾਗ੍ਰਾਫ 3rd, ਰੀਜ਼ਨ ਨੰਬਰ 2 ਕਿ ਕਿਉਂ ਮੈਂ ਐਗਰੀ ਹਾਂ। ਇਹਦੇ ਵਿੱਚ ਮੈਂ ਲਿਖਿਆ ਲਾਸ ਆਫ ਫਲੋਰਾ ਐਂਡ ਫੌਨਾ, ਮੀਨਸ ਕੀ ਆ ਕਿ ਸਾਡੇ ਕਹਿ ਲਓ ਕਿ ਜੰਗਲਸ ਵਗੈਰਾ ਹੋ ਗਏ ਜਾਂ ਸਾਡਾ ਨੈਚੁਰਲ ਇਨਵਾਇਰਨਮੈਂਟ ਹੋ ਗਿਆ, ਫੋਰੈਸਟਸ ਵਗੈਰਾ ਹੋ ਗਏ, ਉਹਨਾਂ ਦਾ ਜਿਹੜਾ ਡੈਮੇਜ ਹੁੰਦਾ, ਐਨੀਮਲਸ ਜਿਹੜੇ ਆ ਉਹ ਪ੍ਰਭਾਵਿਤ ਹੁੰਦੇ ਇਸ ਚੀਜ਼ ਤੋਂ। ਸੋ ਦੂਸਰਾ ਰੀਜ਼ਨ ਮੈਂ ਦੇਤਾ ਕਿ ਹਾਂ ਮੈਂ ਇਸ ਚੀਜ਼ ਨਾਲ ਐਗਰੀ ਹਾਂ। ਐਕਸਪਲੇਨ ਯੂਅਰ ਪੁਆਇੰਟ, ਆਪਣੇ ਪੁਆਇੰਟ ਨੂੰ ਐਕਸਪਲੇਨ ਕਰਾਂਗੇ ਤੇ ਫਿਰ ਦਵਾਂਗੇ ਐਗਜ਼ਾਮਪਲ। ਆਫਟਰ ਦੈਟ ਵੀ ਹੈਵ ਪੈਰਾਗ੍ਰਾਫ 4, ਸਮਰੀ ਆਫ ਦਾ ਹੋਲ ਐਸੇ, ਜਿੰਨਾ ਵੀ ਆਪਾਂ ਪੂਰਾ ਐਸੇ ਲਿਖਿਆ, ਮੀਨਸ ਕਿ ਸਾਡਾ ਪਹਿਲਾ ਬੋਡੀ ਪੈਰਾਗ੍ਰਾਫ ਐਂਡ ਦੂਸਰਾ ਬੋਡੀ ਪੈਰਾਗ੍ਰਾਫ, ਉਹਦੀ ਪੂਰੀ ਦੀ ਸਮਰੀ ਦਵਾਂਗੇ ਐਂਡ ਦੈਨ ਮੈਂ ਆਪਣਾ ਓਪੀਨੀਅਨ ਰੀਸਟੇਟ ਕਰੂੰਗਾ, ਮੀਨਸ ਕਿ ਮੈਂ ਇਸ ਚੀਜ਼ ਦੇ ਨਾਲ ਐਗਰੀ ਹਾਂ ਤੇ ਉਹ ਵਾਲਾ ਲਿਖੂੰਗਾ ਇੱਥੇ ਮੈਂ। ਸੋ ਇਹ ਹੈਗਾ ਸਾਡਾ ਫਾਰਮੈਟ। ਚੱਲਦੇ ਹਾਂ ਹੁਣ ਆਪਾਂ ਦੇਖਦੇ ਹਾਂ ਕਿ ਕਿਵੇਂ ਮੈਂ ਇਸ ਐਸੇ ਨੂੰ ਲਿਖਿਆ ਹੋਇਆ। ਸੋ ਤੁਹਾਡੀ ਸਕਰੀਨ ਦੇ ਉੱਤੇ ਪੂਰਾ ਐਸੇ ਆ ਚੁੱਕਿਆ ਕਿ ਮੈਂ ਇਸ ਐਸੇ ਨੂੰ ਕਿਵੇਂ ਲਿਖਿਆ। ਸੋ ਆਪਾਂ ਇੱਕ ਵਾਰੀ ਇਹਨੂੰ ਸਟੱਡੀ ਕਰਦੇ ਹਾਂ, ਤੁਸੀਂ ਵੀ ਵੀਡੀਓ ਰੋਕ ਕੇ ਇਹਨੂੰ ਇੱਕ ਵਾਰੀ ਸਟੱਡੀ ਕਰਨਾ। ਸਭ ਤੋਂ ਪਹਿਲਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਆਪਾਂ ਇੰਟਰੋਡਕਸ਼ਨ ਲਿਖਣੀ ਹੈ। ਇੰਟਰੋਡਕਸ਼ਨ ਦੇ ਵਿੱਚ ਕੀ ਆ, ਸਿੰਸ ਦਾ ਵਰਲਡ ਹੈਜ਼ ਬਿਕਮ ਇੰਟਰਕਨੈਕਟਡ, multinational companies have got the opportunity to set up their offices outside of their native nations। ਸੋ ਮੈਂ ਕੀ ਕੀਤਾ, ਸਿੱਧਾ ਹੀ ਕੁਐਸਚਨ ਨੂੰ ਪੈਰਾਫਰੇਜ਼ ਕੀਤਾ ਕਿ ਜਦੋਂ ਤੋਂ ਸਾਡਾ ਵਰਲਡ ਇੰਟਰਕਨੈਕਟ ਹੋਇਆ, ਮੀਨਸ ਕੀ ਆ ਕਿ ਗਲੋਬਲਾਈਜੇਸ਼ਨ ਹੋਈ ਆ, ਮਲਟੀਨੈਸ਼ਨਲ ਕੰਪਨੀਜ਼ ਨੂੰ ਇੱਕ ਅਪੋਰਚੁਨਿਟੀ ਮਿਲ ਗਈ ਆ ਕਿ ਉਹ ਆਪਣਾ ਬਿਜ਼ਨਸ, ਆਪਣੇ ਆਫਿਸਿਸ ਸੈੱਟ ਕਰ ਸਕਣ ਆਪਣੀਆਂ ਨੇਟਿਵ ਕੰਟਰੀਜ਼ ਤੋਂ ਬਾਹਰ ਵੀ। ਮੰਨ ਲਓ ਕਿ ਕੋਈ ਅਮਰੀਕਾ ਦੀ ਕੰਟਰੀ ਆ ਤੇ ਉਹ ਉਹਦੀ ਨੇਟਿਵ ਕੰਟਰੀ ਆ, ਉੱਥੋਂ ਹੋਰ ਜਾ ਕੇ ਕਿਤੇ ਆਫਿਸ ਖੋਲ ਰਹੀ ਆ। The advent of MNCs and globalized world have detrimental impacts on nature। So MNCs ਦਾ ਆਉਣਾ ਤੇ globalized world ਦਾ ਜਿਹੜਾ ਕੀ ਹੈਗਾ ਆ, ਇੱਕ detrimental impacts ਮੀਨਸ ਕਿ ਨੈਗੇਟਿਵ ਇੰਪੈਕਟਸ ਹੈਗੇ ਆ ਸਾਡੇ ਨੇਚਰ ਦੇ ਉੱਤੇ। ਸੋ ਇਹੀ ਸਾਡਾ ਕੁਐਸਚਨ ਸੀਗਾ। ਹੁਣ ਆਊਗੀ ਸਟੂਡੈਂਟ ਸਾਡੀ ਥੀਸਿਸ ਸਟੇਟਮੈਂਟ ਕਿ ਮੇਰਾ ਓਪੀਨੀਅਨ ਕੀ ਹੈਗਾ। ਆਈ ਐਗਰੀ ਵਿਦ ਦਿਸ ਸਟੇਟਮੈਂਟ, ਮੈਂ ਇਸ ਸਟੇਟਮੈਂਟ ਦੇ ਨਾਲ ਐਗਰੀ ਹਾਂ, ਮੇਰਾ ਓਪੀਨੀਅਨ ਆ ਗਿਆ। ਬਟ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਵੀ ਓਪੀਨੀਅਨ ਦੇਣਾ ਉਹਦਾ ਨਾਲ ਰੀਜ਼ਨ ਵੀ ਦੇਣਾ ਕਿ ਮੈਂ ਕਿਉਂ ਐਗਰੀ ਹਾਂ। ਬਿਕੋਜ਼ ਡਿਊ ਟੂ ਗਰੋਇੰਗ ਟਰਾਂਸਪੋਰਟੇਸ਼ਨ, ਕਿਉਂਕਿ ਟਰਾਂਸਪੋਰਟੇਸ਼ਨ ਵਧਣ ਦੇ ਕਰਕੇ ਪੋਲਿਊਸ਼ਨ ਹੈਜ਼ ਰੀਜ਼ਨ ਐਂਡ ਲਾਸ ਆਫ ਨੈਚੁਰਲ ਹੈਬਿਟੇਟ ਹੈਜ਼ ਬਿਕਮ ਕਾਮਨ। ਸੋ ਮੈਂ ਦੋ ਰੀਜ਼ਨ ਇੱਥੇ ਦੇ ਦਿੱਤੇ ਆ ਕਿ ਇਹਦੇ ਨਾਲ ਕੀ ਹੋਇਆ, ਇੱਕ ਤਾਂ ਟਰਾਂਸਪੋਰਟੇਸ਼ਨ ਵੱਧ ਗਈ ਹੈ ਜਿਹਦੇ ਨਾਲ ਸਾਡਾ ਪੋਲਿਊਸ਼ਨ ਵਧਿਆ। ਸੋ ਪੋਲਿਊਸ਼ਨ ਸਾਡਾ ਇਨਵਾਇਰਨਮੈਂਟ ਦੇ ਲਈ ਨੈਗੇਟਿਵ ਹੈਗਾ। ਨੰਬਰ 2, ਨੈਚੁਰਲ ਹੈਬਿਟੇਟ ਮੀਨਸ ਕਿ ਸਾਡੇ ਜੰਗਲ ਵਗੈਰਾ ਖਤਮ ਹੋ ਰਹੇ ਆ, ਟਰੀਜ਼ ਕੱਟੇ ਜਾ ਰਹੇ ਆ, ਉਹ ਵੀ ਇੱਕ ਕਾਮਨ ਇਸ਼ੂ ਇਸ ਸਮੇਂ ਬਣ ਚੁੱਕਿਆ। ਸੋ ਮੈਂ ਦੋਨੋਂ ਰੀਜ਼ਨ ਦੇ ਦਿੱਤੇ ਆ। ਹੁਣ ਦੂਸਰੀ ਚੀਜ਼ ਹੁੰਦੀ ਆ ਕਿ ਸਾਡੇ ਐਸੇ ਦੇ ਵਿੱਚ ਕੋਹੇਰੈਂਸ ਐਂਡ ਕੋਹੀਜ਼ਨ ਹੋਣੀ ਚਾਹੀਦੀ ਆ। ਇਹੀ ਦੋਨੋਂ ਰੀਜ਼ਨਸ ਨੂੰ ਮੈਂ ਨੀਚੇ ਜਾ ਕੇ ਸਟੂਡੈਂਟ ਐਕਸਪਲੇਨ ਕਰੂੰਗਾ। ਸੋ ਜਿਵੇਂ ਕਿ ਮੇਰਾ ਆ ਜਿਹੜਾ ਰੀਜ਼ਨ ਹੈਗਾ ਆ, ਇਹ ਮੇਰਾ ਪਹਿਲਾ ਰੀਜ਼ਨ ਆ, ਇਹਨੂੰ ਮੈਂ ਹਾਈਲਾਈਟ ਕਰ ਦਿੰਦਾ। ਗਰੋਇੰਗ ਟਰਾਂਸਪੋਰਟੇਸ਼ਨ ਦੇ ਨਾਲ ਕੀ ਹੋ ਰਿਹਾ ਸੀਗਾ, ਪੋਲਿਊਸ਼ਨ ਹੋ ਰਿਹਾ ਸੀਗਾ, ਇਹ ਸਾਡਾ ਪਹਿਲਾ ਰੀਜ਼ਨ ਆ। ਤੇ ਦੂਸਰਾ ਹੈਗਾ ਲਾਸ ਆਫ ਨੈਚੁਰਲ ਹੈਬਿਟੇਟ। ਇਹ ਦੋਨੋਂ ਮੇਰੇ ਰੀਜ਼ਨ ਆ ਤੇ ਦੋਨੋਂ ਰੀਜ਼ਨ ਦੇ ਨਾਲ ਹੀ ਮੈਂ ਜਿਹੜਾ ਆਪਣੇ ਆਪ ਨੂੰ ਕਿਹਾ ਕਿ ਮੈਂ ਐਗਰੀ ਆ, ਨਾਲ ਮੈਂ ਰੀਜ਼ਨ ਦੇਤੇ। ਸੋ ਤੁਹਾਨੂੰ ਕਲੀਅਰ ਹੋ ਗਿਆ ਕਿ ਕੁਐਸਚਨ ਪੈਰਾਫਰੇਜ਼ ਤੋਂ ਬਾਅਦ ਮੇਰਾ ਓਪੀਨੀਅਨ ਤੇ ਓਪੀਨੀਅਨ ਤੋਂ ਬਾਅਦ ਮੇਰੇ ਰੀਜ਼ਨ ਕਿ ਮੈਂ ਕਿਉਂ ਐਗਰੀ ਹੋਇਆ ਇਸ ਚੀਜ਼ ਦੇ ਨਾਲ। ਹੁਣ ਦੇਖੋ ਗਰੋਇੰਗ ਟਰਾਂਸਪੋਰਟੇਸ਼ਨ ਐਂਡ ਪੋਲਿਊਸ਼ਨ ਵਾਲਾ ਪੁਆਇੰਟ ਜਿਹੜਾ ਮੈਂ ਪਹਿਲਾਂ ਡਿਸਕਸ ਕਰੂੰਗਾ। ਟੂ ਬਿਗਿਨ ਵਿਦ ਸਾਡਾ ਪਹਿਲਾ ਬੋਡੀ ਪੈਰਾਗ੍ਰਾਫ ਸ਼ੁਰੂ ਹੋ ਗਿਆ। Globalization has vastly contributed to increasing pollution। ਮੇਰਾ ਮੇਨ ਆਈਡੀਆ ਬੋਡੀ ਪੈਰਾਗ੍ਰਾਫ ਵਾਲੀ ਵੀਡੀਓ ਜ਼ਰੂਰ ਦੇਖ ਲਿਓ, ਉਹਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ ਕਿਵੇਂ ਲਿਖਿਆ ਆਪਾਂ ਬੋਡੀ ਪੈਰਾਗ੍ਰਾਫ। ਟੂ ਬਿਗਿਨ ਵਿਦ ਗਲੋਬਲਾਈਜੇਸ਼ਨ ਹੈਜ਼ ਵਾਸਟਲੀ ਕੰਟਰੀਬਿਊਟਡ ਟੂ ਇਨਕਰੀਜ਼ਿੰਗ ਪੋਲਿਊਸ਼ਨ, ਕਿ ਗਲੋਬਲਾਈਜੇਸ਼ਨ ਨੇ ਜਿਹੜਾ ਬਹੁਤ ਜ਼ਿਆਦਾ ਯੋਗਦਾਨ ਪਾਇਆ ਆਪਣਾ ਪੋਲਿਊਸ਼ਨ ਨੂੰ ਵਧਾਉਣ ਦੇ ਵਿੱਚ। ਇਨ ਅਦਰ ਵਰਡਸ ਮੀਨਸ ਕਿ ਹੁਣ ਮੈਂ ਇਸ ਨੂੰ ਐਕਸਪਲੇਨ ਕਰਨ ਲੱਗਾ। ਐਜ਼ ਦ ਕੰਟਰੀਜ਼ ਆਰ ਨਾਓ ਵੈਲ ਇੰਟਰਕਨੈਕਟਡ, trading activities have grown across the globe and to supply products to other nations, dependence on flights and road transportation has increased। meaning ਕੀ ਹੋ ਗਿਆ ਕਿ ਜਿਵੇਂ ਕਿ ਕੰਟਰੀਜ਼ ਜਿਹੜੀਆਂ ਅੱਜ ਕੱਲ੍ਹ ਇੰਟਰਕਨੈਕਟਡ ਹੋ ਗਈਆਂ ਆ, ਜਿਹੜੀਆਂ ਟ੍ਰੇਡਿੰਗ ਐਕਟੀਵਿਟੀਜ਼ ਹੈਗੀਆਂ ਪੂਰੇ ਵਰਲਡ ਦੇ ਵਿੱਚ ਉਹ ਜ਼ਿਆਦਾ ਵੱਧ ਗਈਆਂ। ਤੇ ਕੀ ਹੈਗਾ ਕਿ ਟੂ ਸਪਲਾਈ ਪ੍ਰੋਡਕਟਸ ਟੂ ਅਦਰ ਨੇਸ਼ਨਸ, ਹੁਣ ਇੱਕ ਕੰਟਰੀ 'ਚ ਪ੍ਰੋਡਕਟ ਬਣਦਾ ਦੂਸਰੀ ਦੇ ਵਿੱਚ ਵੀ ਈਜ਼ੀਲੀ ਸਪਲਾਈ ਕੀਤਾ ਜਾ ਰਿਹਾ ਗਲੋਬਲਾਈਜੇਸ਼ਨ ਦੇ ਕਰਕੇ। ਸੋ ਇਹਨਾਂ ਪ੍ਰੋਡਕਟਸ ਨੂੰ ਸਪਲਾਈ ਕਰਨ ਦੇ ਲਈ ਸਾਡੀ ਜਿਹੜੀ ਡਿਪੈਂਡੈਂਸ ਹੈਗੀ ਆ ਫਲਾਈਟਸ ਦੇ ਉੱਤੇ ਐਂਡ ਰੋਡ ਟਰਾਂਸਪੋਰਟੇਸ਼ਨ ਦੇ ਉੱਤੇ ਉਹ ਵੀ ਵੱਧ ਚੁੱਕੀ ਆ। ਵਿਚ ਮੀਨਸ ਨਾਓ ਦੇਰ ਇਜ਼ ਮੋਰ ਕੰਜ਼ੰਪਸ਼ਨ ਆਫ ਫੋਸਿਲ ਫਿਊਲਸ ਵਿਚ ਡੈਮੇਜਸ ਦਾ ਐਨਵਾਇਰਨਮੈਂਟ। ਇਟ ਮੀਨਸ ਕੀ ਹੋ ਗਿਆ ਕਿ ਹੁਣ ਜਿਹੜੀ ਆ ਕੰਜ਼ੰਪਸ਼ਨ ਆਫ ਫੋਸਿਲ ਫਿਊਲਸ ਬਹੁਤ ਜ਼ਿਆਦਾ ਵੱਧ ਗਈ ਆ, ਜਿਹੜੀ ਸਾਡੀ ਇਨਵਾਇਰਨਮੈਂਟ ਨੂੰ ਡੈਮੇਜ ਕਰਦੀ ਹੈ। ਫੋਰ ਐਗਜ਼ਾਮਪਲ, a recent research conducted by the Green Tribunal in India
has revealed that the pollution level has grown by 6% since the air traffic for trade with other nations from India has increased। ਸੋ ਮੈਂ ਇੱਕ ਐਗਜ਼ਾਮਪਲ ਵੀ ਦੇਤੀ ਆ ਕਿ ਗ੍ਰੀਨ ਟ੍ਰਿਬਿਊਨਲ ਇੰਡੀਆ ਦੇ ਵਿੱਚ ਉਹਨਾਂ ਨੇ ਇੱਕ ਰਿਸਰਚ ਕੀਤੀ ਆ, ਉਸ ਇਸ ਰਿਸਰਚ ਦੇ ਵਿੱਚ ਪਾਇਆ ਗਿਆ ਕਿ ਜਿਹੜਾ ਪੋਲਿਊਸ਼ਨ ਆ ਉਹ 6% ਵੱਧ ਗਿਆ ਪਹਿਲਾਂ ਦੇ ਨਾਲੋਂ। ਕਦੋਂ ਦਾ? ਜਦੋਂ ਦਾ ਆਪਾਂ 에ਅਰ ਟ੍ਰੈਫਿਕ ਨੂੰ ਯੂਜ਼ ਕਰਨ ਲੱਗ ਪਏ ਆ ਟ੍ਰੇਡ ਕਰਨ ਦੇ ਲਈ। ਸੋ ਮੀਨਸ ਕਿ ਸਾਡੀਆਂ ਸਾਡੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਦਾ ਯੂਜ਼ ਵੱਧ ਗਿਆ ਆ, ਉਹਦੇ ਕਰਕੇ ਜਿਹੜਾ ਪੋਲਿਊਸ਼ਨ ਵੱਧ ਗਿਆ। ਸੋ ਇਹ ਮੇਰਾ ਪੁਆਇੰਟ ਜਸਟੀਫਾਈ ਕਰਦਾ ਕਿ ਹਾਂ ਗਲੋਬਲਾਈਜੇਸ਼ਨ ਜਿਹੜੀ ਆ ਉਹ ਸਾਡੇ এনवायरमेंट ਦੇ ਉੱਤੇ ਇੱਕ ਨੈਗੇਟਿਵ ਇੰਪੈਕਟ ਪਾਉਂਦੀ ਆ। ਨੰਬਰ ਦੂਸਰਾ ਬੋਡੀ ਪੈਰਾਗ੍ਰਾਫ, ਇਹਦੇ ਵਿੱਚ ਅਸੀਂ ਗੱਲ ਕਰ ਲਵਾਂਗੇ ਮਲਟੀਨੈਸ਼ਨਲ ਕੰਪਨੀਜ਼ ਦੀ। ਔਨ ਦਾ ਅਦਰ ਹੈਂਡ MNCs ਆਲਸੋ ਬ੍ਰਿੰਗ ਏਮਪਲੋਇਮੈਂਟ ਅਪੋਰਚੁਨਿਟੀਜ਼। ਸੋ ਮੈਂ ਥੋੜੀ ਕੰਸੈਸ਼ਨ ਦੇ ਰਿਹਾ ਇਹਨੂੰ ਕਿ ਮਲਟੀਨੈਸ਼ਨਲ ਕੰਪਨੀਜ਼ ਦੇ ਨਾਲ ਬੇਸ਼ੱਕ ਏਮਪਲੋਇਮੈਂਟ ਅਪੋਰਚੁਨਿਟੀਜ਼ ਇਨਕਰੀਜ਼ ਹੁੰਦੀਆਂ, ਬਟ ਦੇ ਕੀ ਉਹ ਕੀ ਕਰਦੀਆਂ? ਪੋਜ਼ ਏ ਥ੍ਰੈਟ ਟੂ ਦਾ ਨੇਚਰ। ਬਟ ਉਹ ਨੇਚਰ ਦੇ ਲਈ ਇੱਕ ਕੀ ਹੈਗਾ? ਖਤਰਾ ਪੈਦਾ ਕਰਦੀਆਂ। ਕਿਵੇਂ? ਫਸਟ, ਇੰਟਰਨੈਸ਼ਨਲ ਕੰਪਨੀਜ਼ ਰਿਕੁਆਇਰ ਸਪੇਸ ਫॉर ਡਿਵੈਲਪਿੰਗ ਇਨਫਰਾਸਟ੍ਰਕਚਰ ਵਿਚ ਲੀਡਸ ਟੂ ਲੈਂਡ ਕਲੀਅਰਿੰਗ। ਕਿ ਜਦੋਂ ਵੀ ਕੋਈ ਇੰਟਰਨੈਸ਼ਨਲ ਕੰਪਨੀ ਐਸਟੈਬਲਿਸ਼ ਹੋਣਾ ਹੁੰਦਾ ਆ ਉਹਨੂੰ ਸਪੇਸ ਚਾਹੀਦੀ ਆ ਆਪਣੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਲਈ, ਤੇ ਉਹ ਸਪੇਸ ਪ੍ਰੋਵਾਈਡ ਕਰਨ ਦੇ ਲਈ ਕੀ ਹੈਗਾ? ਸਾਨੂੰ ਲੈਂਡ ਕਲੀਅਰ ਕਰਨੀ ਪੈਂਦੀ ਹੈ। ਸੋ ਲੈਂਡ ਕਲੀਅਰ ਜਦੋਂ ਹੁੰਦੀ ਆ, ਵੈਨ ਡੀਫੋਰੈਸਟੇਸ਼ਨ ਅਕਰਸ, ਜਦੋਂ ਅਸੀਂ ਲੈਂਡ ਕਲੀਅਰ ਕਰਦੇ ਆ ਜਾਂ ਡੀਫੋਰੈਸਟੇਸ਼ਨ ਹੁੰਦੀ ਆ, loss of natural habitat, biodiversity and ecosystem is inevitable। ਸੋ ਮੀਨਸ ਕੀ ਆ ਕਿ ਜਦੋਂ ਡੀਫੋਰੈਸਟੇਸ਼ਨ ਹੋਊਗੀ, ਨੈਚੁਰਲ ਹੈਬਿਟੇਟ ਦਾ ਲਾਸ ਹੋਊਗਾ, ਬਾਇਓਡਾਇਵਰਸਿਟੀ ਦਾ ਲਾਸ ਹੋਊਗਾ, ਈਕੋਸਿਸਟਮ ਸਾਡਾ ਜਿਹੜਾ ਆ ਉਹਦਾ ਵੀ ਲਾਸ ਹੋਊਗਾ। ਇਸ ਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ, ਇਹ ਹੋਣਾ ਹੀ ਹੋਣਾ। ਸੋ ਇਹ ਵੀ ਸਾਡੇ ਨੈਚੁਰਲ এনवायरमेंट ਦੇ ਉੱਤੇ ਇੱਕ ਨੈਗੇਟਿਵ ਇੰਪੈਕਟ ਆ ਮਲਟੀਨੈਸ਼ਨਲ ਕੰਪਨੀਜ਼ ਦਾ। ਮੋਰ ਓਵਰ ਇੱਕ ਹੋਰ ਆਈਡੀਆ ਦਿੱਤਾ ਮੈਂ, ਮਲਟੀਨੈਸ਼ਨਲ ਕੰਪਨੀਜ਼ ਯੂਜ਼ ਪਲਾਸਟਿਕ, ਜੋ ਕਿ ਕੀ ਹੈਗਾ? ਇੱਕ ਚੀਪਰ ਸੋਲੂਸ਼ਨ ਫॉर ਰੈਪਿੰਗ ਪ੍ਰੋਡਕਟਸ। ਕਿ ਮਲਟੀਨੈਸ਼ਨਲ ਕੰਪਨੀਜ਼ ਪਲਾਸਟਿਕ ਨੂੰ ਯੂਜ਼ ਕਰਦੀਆਂ ਆ ਪ੍ਰੋਡਕਟਸ ਨੂੰ ਰੈਪ ਕਰਨ ਦੇ ਲਈ, ਬਟ ਇਟ ਡੈਮੇਜਸ ਦਾ ਸੋਇਲ ਐਂਡ ਮਰੀਨ ਲਾਈਫ ਐਜ਼ ਇਟ ਇਜ਼ ਨਾਟ ਡੀਗ੍ਰੇਡੇਬਲ। ਜਿਹੜੀ ਸਾਡੀ ਪਲਾਸਟਿਕ ਆ ਇਹ ਡੀਗ੍ਰੇਡ ਨਹੀਂ ਹੁੰਦੀ, ਇਸ ਕਰਕੇ ਇਹਦੇ ਨਾਲ ਸਾਡੀ ਮਿੱਟੀ ਐਂਡ ਮਰੀਨ ਲਾਈਫ ਜਿਹੜੀ ਪਾਣੀ ਦੇ ਵਿੱਚ ਜੀਵ ਹੈਗੇ ਆ ਉਹਨਾਂ ਦੀ ਲਾਈਫ ਜਿਹੜੀ ਖਤਰੇ ਦੇ ਵਿੱਚ ਪੈਂਦੀ ਆ। ਸੋ ਇਹ ਵੀ ਸਾਡਾ ਕੀ ਹੈ? ਨੈਚੁਰਲ ਸਾਡੇ এনवायरमेंट ਦੇ ਲਈ ਇੱਕ ਖਤਰਾ ਪੈਦਾ ਕਰਦੀ। ਸੋ ਆਪਣੇ ਪੁਆਇੰਟ ਨੂੰ ਜਸਟੀਫਾਈ ਕਰਨ ਦੇ ਲਈ ਮੈਂ ਦੋਨੋਂ ਹੀ ਪੁਆਇੰਟਸ ਨੂੰ 1 ਬਾਈ 1 ਜਿਹੜਾ ਬੁਲੇਟ ਪੁਆਇੰਟਸ ਦੇ ਵਿੱਚ ਆਪਣੇ ਪੁਆਇੰਟਸ ਨੂੰ ਜਿਹੜਾ ਐਕਸਪਲੇਨ ਕਰ ਦਿੱਤਾ ਅਲੱਗ-ਅਲੱਗ ਬੋਡੀ ਪੈਰਾਗ੍ਰਾਫਸ ਦੇ ਵਿੱਚ। ਹੁਣ ਆ ਜੀ ਇਹ ਕਨਕਲੂਜਨ ਦੇ ਉੱਤੇ। ਇਨ ਕਨਕਲੂਜਨ, ਅ ਗਲੋਬਲਾਈਜ਼ਡ ਵਰਲਡ ਇੰਡੀਡ ਬ੍ਰਿੰਗਸ ਨਿਊਮਰਸ ਐਡਵਾਂਟੇਜਸ। ਇੱਕ ਤਾਂ ਮੈਂ ਗੱਲ ਲਿਖਿਆ ਕਿ ਸੱਚਮੁੱਚ ਜਿਹੜਾ ਇੱਕ ਗਲੋਬਲਾਈਜ਼ਡ ਵਰਲਡ ਆ ਉਹਦੇ ਬੈਨੀਫਿਟਸ ਤਾਂ ਬਹੁਤ ਹੈਗੇ ਆ, ਹਾਊਐਵਰ ਬਟ growth in transportation for moving products means more use of fuels which results in large amounts of pollution। ਪਰ ਕਿ ਜਿਵੇਂ ਅਸੀਂ ਟਰਾਂਸਪੋਰਟੇਸ਼ਨ ਦਾ ਯੂਜ਼ ਸਾਡਾ ਵੱਧਦਾ ਜਾਂਦਾ ਹੈ ਪ੍ਰੋਡਕਟਸ ਨੂੰ ਮੂਵ ਕਰਨ ਦੇ ਲਈ, ਇਹਦਾ ਮਤਲਬ ਕਿ ਅਸੀਂ ਹੋਰ ਵੀ ਜ਼ਿਆਦਾ ਫਿਊਲਸ ਨੂੰ ਕੰਜ਼ਿਊਮ ਕਰਦੇ ਪਏ ਆ, ਜਿਹੜਾ ਕਿ ਲਾਰਜ ਅਮਾਉਂਟ ਆਫ ਪੋਲਿਊਸ਼ਨ ਪੈਦਾ ਕਰਦਾ। ਬਿਸਾਈਡਸ ਇਸ ਤੋਂ ਇਲਾਵਾ ਮਲਟੀਨੈਸ਼ਨਲ ਕੰਪਨੀਜ਼ ਨੀਡ ਸਪੇਸ ਵਿਚ ਮੀਨਸ ਕਲੀਅਰਿੰਗ ਲਾਰਜ ਪਾਰਟ ਆਫ ਫੋਰੈਸਟਸ। ਮਲਟੀਨੈਸ਼ਨਲ ਕੰਪਨੀਜ਼ ਨੂੰ ਵੱਡੀ ਸਪੇਸ ਚਾਹੀਦੀ ਹੈ ਜਿਹਦੇ ਲਈ ਸਾਨੂੰ ਫੋਰੈਸਟਸ ਨੂੰ ਕਲੀਅਰ ਕਰਨਾ ਪੈਂਦਾ, ਲੀਡਿੰਗ ਟੂ ਦਾ ਡਿਸਟਰਕਸ਼ਨ ਆਫ ਫਲੋਰਾ ਐਂਡ ਫੋਨਾ, ਜਿਹਦੇ ਕਰਕੇ ਸਾਡੇ ਫਲੋਰਾ ਐਂਡ ਫੋਨਾ ਦਾ ਡਿਸਟਰਕਸ਼ਨ ਹੁੰਦੀ, ਤਬਾਹੀ ਹੁੰਦੀ ਆ। ਸੋ ਮੇਰਾ ਆਪਣਾ ਓਪੀਨੀਅਨ ਅਗੇਨ ਆ ਗਿਆ ਕਿ ਮੈਂ ਇਸ ਚੀਜ਼ ਦੇ ਨਾਲ ਐਗਰੀ ਹੈਗਾ ਆ ਕਿ ਵਾਕਿਆ ਹੀ ਜਿਹੜਾ ਗਲੋਬਲਾਈਜੇਸ਼ਨ ਆ ਐਂਡ ਮਲਟੀਨੈਸ਼ਨਲ ਕੰਪਨੀਜ਼ ਹੈਗੀਆਂ ਇਹਦੇ ਨਾਲ ਸਾਡੇ এনवायरमेंट ਨੂੰ ਡੈਮੇਜ ਹੁੰਦਾ। ਸੋ ਬਿਗਨਿੰਗ ਤੋਂ ਲੈ ਕੇ ਐਂਡ ਤੱਕ ਮੇਰੀ ਜਿਹੜੀ ਪੋਜੀਸ਼ਨ ਆ ਉਹ ਕਲੀਅਰ ਰਹੀ ਆ ਕਿ ਮੈਂ ਇਸ ਕੁਐਸਚਨ ਦੇ ਨਾਲ ਐਗਰੀ ਆ। ਐਗਰੀ ਕਿਉਂ ਆ ਉਹਨੂੰ ਐਕਸਪਲੇਨ ਕਰਨ ਦੇ ਲਈ ਮੈਂ ਆਪਣੇ ਪੁਆਇੰਟਸ ਨੂੰ ਇੱਥੇ ਪੂਰੀ ਤਰੀਕੇ ਨਾਲ ਬੋਡੀ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕੀਤਾ। ਫਿਰ ਕਨਕਲੂਜਨ ਦੇ ਵਿੱਚ ਮੈਂ ਇਹਨਾਂ ਦੋਨੋਂ ਹੀ ਪੁਆਇੰਟਸ ਨੂੰ ਸਮਰੀ ਦਿੱਤੀ ਹੈ ਕਿ ਇੱਕ ਲਾਈਨ ਦੇ ਵਿੱਚ ਤੇ ਕੰਪਲੀਟ ਕਰ ਦਿੱਤਾ। ਤੇ ਅਗੇਨ ਮੈਂ ਕਿਹਾ ਕਿ ਹਾਂ ਮੈਨੂੰ ਲੱਗਦਾ ਕਿ ਇਸ ਦੇ ਜਿਹੜੇ ਸਾਡੇ ਨੈਗੇਟਿਵ ਇੰਪੈਕਟ ਹੈਗੇ ਆ ਨੇਚਰ ਦੇ ਉੱਤੇ। ਸੋ ਐਸੇ ਨੂੰ ਪੜ੍ਹ ਕੇ ਤੁਸੀਂ ਸਮਝ ਸਕਦੇ ਆ ਕਿ ਕਿਵੇਂ ਇੱਕ ਐਸੇ ਲਿਖਿਆ ਗਿਆ। ਮੈਂ ਐਸੇ ਨੂੰ ਪੂਰਾ ਕੰਪਲੀਟ ਹੋ ਕੇ ਲਿਖਿਆ ਸੀਗਾ। ਸੋ ਇਹ ਸੀਗੀ ਅੱਜ ਦੀ ਸਾਡੀ ਵੀਡੀਓ ਹਾਊ ਟੂ ਰਾਈਟ ਐਨ ਇਫੈਕਟਿਵ ਐਗਰੀ ਐਂਡ ਡਿਸਐਗਰੀ ਐਸੇ। ਹੋਪ ਹੈ ਸਟੂਡੈਂਟ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ। ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ ਐਂਡ ਮੋਸਟ ਇੰਪੋਰਟੈਂਟ ਥਿੰਗ ਇਜ਼ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਮਾਈ ਚੈਨਲ ਐਂਡ ਸਟੇ ਟਿਊਨਡ ਫॉर ਅਪਕਮਿੰਗ ਵੀਡੀਓਜ਼। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਅਲੱਗ-ਅਲੱਗ ਐਸੇਸ ਦੀ ਗੱਲ ਕਰਾਂਗੇ। ਸੋ ਅਗੇਨ ਇਹ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।